नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਅੱਜ ਇਲੈਕਸ਼ਨ ਕਮਿਸ਼ਨ ਦੇ ਬਾਹਰ ਦਿੱਲੀ 'ਚ ਪ੍ਰਦਰਸ਼ਨ ਕੀਤਾ, ਜਿਹਦੇ ਵਿੱਚ ਉਹਨਾਂ ਨੇ ਡਿਮਾਂਡ ਕੀਤੀ ਕਿ CBI ED ਦਾ ਇਸਤੇਮਾਲ ਚੋਣਾਂ 'ਚ ਵਿਪਕਸ਼ੀ ਆਗੂਆਂ ਨੂੰ ਤੰਗ ਕਰਨ ਵਾਸਤੇ ਨਾ ਕੀਤਾ ਜਾਵੇ। ਅੱਜ ਕਾਂਗਰਸ ਪਾਰਟੀ ਨੇ ਵੀ ਇਲੈਕਸ਼ਨ ਕਮਿਸ਼ਨ 'ਚ ਬੀਜੇਪੀ ਦੇ ਉਲਟ 6 ਸ਼ਿਕਾਇਤਾਂ ਦਿੱਤੀਆਂ, ਜਿਹਦੇ 'ਚ 2 ਸ਼ਿਕਾਇਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਲਟ ਦਿੱਤੀਆਂ। ਦੱਸਦੀ ਹੈ ਕਿ ਨਰਿੰਦਰ ਮੋਦੀ ਨੇ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਨੂੰ ਮੁਸਲਿਮ ਲੀਗ ਦਾ ਮੈਨੀਫੈਸਟੋ ਨਾਲ ਕੰਪੇਅਰ ਕੀਤਾ ਸੀਗਾ। ਇਸ ਕਰਕੇ ਕਾਂਗਰਸ ਪਾਰਟੀ ਨੇ ਉਸ ਮਾਮਲੇ ਤੇ ਵੀ ਇਲੈਕਸ਼ਨ ਕਮਿਸ਼ਨ ਸਾਹਮਣੇ ਆਪਣੀ ਸ਼ਿਕਾਇਤ ਦਰਜ ਕਰਾਈ ਹੈ। ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਵੀ ਪਲਟਵਾਰ ਕੀਤਾ ਤੇ ਉਹ ਛੱਤੀਸਗੜ੍ਹ 'ਚ ਇੱਕ ਰੈਲੀ ਦਾ ਆਯੋਜਨ ਕਰ ਰਹੇ ਸੀ, ਜਿੱਥੇ ਉਹਨਾਂ ਨੇ ਬਿਆਨ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਗਰੀਬਾਂ ਦੀ ਸਾਰ ਨਹੀਂ ਲਈ। ਉਹਨਾਂ ਨੇ ਕੋਵਿਡ ਕਾਲ 'ਚ ਵੈਕਸੀਨੇਸ਼ਨ ਫਟਾਫਟ ਲੋਕਾਂ ਵਾਸਤੇ ਅਵੇਲੇਬਲ ਕਰਾ ਦਿੱਤੀ ਸੀ। ਜੇ ਕਾਂਗਰਸ ਹੁੰਦੀ ਤਾਂ ਦਸ਼ਕਾਂ ਲੱਗ ਜਾਂਦੇ ਵੈਕਸੀਨੇਸ਼ਨ ਬਣਨ 'ਚ। ਇੰਡੀਆ 'ਚ ਪੋਲੀਟੀਕਲ ਪਾਰਟੀਆਂ ਵਾਸਤੇ ਇਲੈਕਸ਼ਨ ਮੈਨੇਜਮੈਂਟ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਜੇ ਇਸ ਵਾਰ ਚੋਣਾਂ ਦੇ ਰਿਜ਼ਲਟ ਕਾਂਗਰਸ ਦੇ ਮਨ ਮੁਤਾਬਕ ਨਹੀਂ ਰਹੇ ਤੇ ਫਿਰ ਰਾਹੁਲ ਗਾਂਧੀ ਨੂੰ ਪੋਲਿਟਿਕਸ ਛੱਡਣ ਤੇ ਵਿਚਾਰ ਕਰਨਾ ਚਾਹੀਦਾ। ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਅਗਨੀਵੀਰ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਜੇ ਜ਼ਰੂਰਤ ਪਈ ਤਾਂ ਅਸੀਂ ਅਗਨੀਵੀਰ ਸਕੀਮ 'ਚ ਬਦਲਾਅ ਕਰਾਂਗੇ। ਉਹਨਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਭਰਤੀ ਕੀਤੇ ਗਏ ਅਗਨੀਵੀਰ ਸਾਡੀ ਜ਼ਿੰਮੇਵਾਰੀ ਹਨ। ਦੱਸਦੀ ਹੈ ਕਿ ਅਗਨੀਵੀਰ ਸਕੀਮ ਇੰਡੀਅਨ ਆਰਮੀ 'ਚ ਭਰਤੀ ਕਰਨ ਵਾਲੀ ਇੱਕ ਪ੍ਰੋਸੈਸ ਹੈ, ਜਿਹਦੇ 'ਚ ਸਿਰਫ 4 ਸਾਲ ਵਾਸਤੇ ਨੌਜਵਾਨਾਂ ਨੂੰ ਆਰਮੀ 'ਚ ਭਰਤੀ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ 15 ਸਾਲ ਜਾਂ 17 ਸਾਲ ਵਾਸਤੇ ਇੰਡੀਅਨ ਆਰਮੀ 'ਚ ਨੌਜਵਾਨਾਂ ਦੀ ਭਰਤੀ ਕੀਤੀ ਜਾਂਦੀ ਸੀ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਨਾਨੋਤਾ ਪਿੰਡ 'ਚ ਇੱਕ ਰਾਜਪੂਤਾਂ ਨੇ ਵੱਡੀ ਮਹਾਪੰਚਾਇਤ ਦਾ ਆਯੋਜਨ ਕੀਤਾ, ਜਿਹਦੇ 'ਚ ਪੂਰੇ ਮੁਲਕ ਭਰ ਦੇ ਰਾਜਪੂਤ ਇਕੱਠੇ ਹੋਏ ਸੀ। ਉਹਨਾਂ ਨੇ ਰਾਜਪੂਤ ਸਮਾਜ ਦੀ ਅਣਦੇਖੀ ਕਰਨ ਤੇ ਭਾਜਪਾ ਨੂੰ ਚੋਣਾਂ 'ਚ ਹਰਾਉਣ ਦਾ ਫੈਸਲਾ ਲਿਆ ਹੈ। ਆਮ ਆਦਮੀ ਪਾਰਟੀ ਦੇ ਵੱਡੇ ਆਗੂ ਦੁਰਗੇਸ਼ ਪਾਠਕ ਨੂੰ ED ਨੇ ਸੰਮਨ ਭੇਜਿਆ ਹੈ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਅਤੀਸ਼ੀ ਮਾਰਲੀਨਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਅਤੀਸ਼ੀ ਮਾਰਲੀਨਾ, ਸੌਰਵ ਭਾਰਦਵਾਜ ਅਤੇ ਦੁਰਗੇਸ਼ ਪਾਠਕ ਅਗਲੇ ED ਦੇ ਸ਼ਿਕਾਰ ਹੋ ਸਕਦੇ ਹਨ। ਪੰਜਾਬ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਪ੍ਰਮੁੱਖ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਜੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੇ ਮਾਤਾ ਜੀ 8 ਅਪ੍ਰੈਲ ਤੋਂ ਚੇਤਨਾ ਮਾਰਚ ਕੱਢਣਾ ਚਾਹੁੰਦੇ ਸੀ, ਜਿਸ ਦਾ ਮਕਸਦ ਅਸਮ ਜੇਲ੍ਹ 'ਚ ਬੰਦ 9 ਬੰਦੀ ਸਿੰਘਾਂ ਨੂੰ ਪੰਜਾਬ ਦੀ ਜੇਲ੍ਹਾਂ 'ਚ ਸ਼ਿਫਟ ਕਰਨਾ ਸੀ। ਰਾਜਸਥਾਨ ਦੇ ਪੰਜਾਬੀ ਇਲਾਕੇ ਹਨੂੰਮਾਨਗੜ੍ਹ 'ਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਸਾਨ BJP ਦੇ ਅਧਿਕਸ਼ JP ਨੱਡਾ ਦੀ ਰੈਲੀ ਦਾ ਵਿਰੋਧ ਕਰਨ ਵਾਸਤੇ ਅੱਗੇ ਜਾ ਰਹੇ ਸੀ। ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਪਹਿਲਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਵਾਲੀ ਖਬਰ ਤੋਂ। ਦਿੱਲੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੈ, ਉੱਥੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਅੱਜ ਵੱਡਾ ਪ੍ਰੋਟੈਸਟ ਆਯੋਜਿਤ ਕੀਤਾ ਸੀਗਾ, ਜਿਹਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਦੀ ਡਿਮਾਂਡ ਸੀਗੀ ਕਿ CBI ED ਤੇ ਜਿੰਨੀ ਵੀ ਕੇਂਦਰੀ ਏਜੰਸੀਆਂ ਹੈਗੀਆਂ ਉਹਨਾਂ ਦੇ ਪ੍ਰਮੁੱਖਾਂ ਨੂੰ ਬਦਲਿਆ ਜਾਵੇ, ਕਿਉਂਕਿ ਉਹ ਕਿਤੇ ਨਾ ਕਿਤੇ ਨਰਿੰਦਰ ਮੋਦੀ ਹੋਰਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਨੇ ਤੇ ਵਿਦੇਸ਼ ਜਿਹੜੇ ਵਿਪਕਸ਼ੀ ਆਗੂ ਹੈਗੇ ਆ ਉਹਨਾਂ ਨੂੰ ਲਗਾਤਾਰ ਤੰਗ ਕਰ ਰਹੇ ਨੇ। ED ਨੇ ਲਗਾਤਾਰ ਵਿਪਕਸ਼ੀ ਆਗੂਆਂ ਨੂੰ ਸੰਮਨ ਭੇਜਣਾ ਜਾਰੀ ਰੱਖਿਆ ਹੋਇਆ ਹੈ। ਬਾਰ-ਬਾਰ ਇਹ ਸਵਾਲ ਉੱਠ ਰਿਹਾ ਹੈ ਕਿ ਇਲੈਕਸ਼ਨਾਂ ਦੇ ਦੌਰਾਨ ਜਦੋਂ ਚੋਣ ਜ਼ਾਬਤਾ ਵੀ ਲੱਗ ਚੁੱਕਿਆ ਹੈ, ਕਿਉਂ ਵਿਪਕਸ਼ੀ ਆਗੂਆਂ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ ਤੇ ਕੇਂਦਰੀ ਜਾਂਚ ਏਜੰਸੀਆਂ ਲਗਾਤਾਰ ਵਿਪਕਸ਼ੀ ਆਗੂਆਂ ਨੂੰ ਟਾਰਗੇਟ ਕਰ ਰਹੇ ਨੇ। ਤ੍ਰਿਣਮੂਲ ਕਾਂਗਰਸ ਦੇ ਵੱਡੇ ਆਗੂ ਡੈਰਿਕ ਓਬਰਾਇਨ ਉੱਥੇ ਸੀਗੇ ਤੇ ਉਹਨਾਂ ਨੇ ਸਟੇਟਮੈਂਟ ਦਿੰਦਿਆਂ ਕਿਹਾ ਕਿ CBI ED ਇਹਨਾਂ ਦੇ ਜਿਹੜੇ ਹੈੱਡ ਹੈਗੇ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਤੇ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਜਾਂਚ ਏਜੰਸੀਆਂ 'ਤੇ ਖਾਸ ਧਿਆਨ ਰੱਖਣਾ ਚਾਹੀਦਾ। ਦੂਜੀ ਇੱਕ ਖਬਰ ਆਈ ਕਾਂਗਰਸ ਤੋਂ। ਕਾਂਗਰਸ ਨੇ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ 6 ਸ਼ਿਕਾਇਤ ਪੱਤਰ ਦਿੱਤੇ ਸੀਗੇ। ਉਹਨਾਂ ਨੇ ਇਹ 6 ਜਿਹੜੇ ਸ਼ਿਕਾਇਤ ਪੱਤਰ ਸੀ BJP ਤੇ ਉਲਟ ਦਿੱਤੇ, ਜਿਨ੍ਹਾਂ 'ਚ 2 ਸ਼ਿਕਾਇਤ ਪੱਤਰ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਲਟ ਸੀਗੇ। ਆਪਾਂ ਨੂੰ ਪਤਾ ਹੈ ਕਿ ਜਦੋਂ ਕਾਂਗਰਸ ਪਾਰਟੀ ਨੇ ਆਪਣਾ ਇਲੈਕਸ਼ਨ ਮੈਨੀਫੈਸਟੋ ਜਾਰੀ ਕੀਤਾ ਸੀ ਤੇ ਉਹਦੀ ਤੁਲਨਾ ਨਰਿੰਦਰ ਮੋਦੀ ਨੇ ਮੁਸਲਿਮ ਲੀਗ ਦੇ ਮੈਨੀਫੈਸਟੋ ਨਾਲ ਕੀਤੀ ਸੀਗੀ। ਉਸ ਚੀਜ਼ ਦੀ ਵੀ ਸ਼ਿਕਾਇਤ ਅੱਜ ਕਾਂਗਰਸ ਪਾਰਟੀ ਨੇ ਦਿੱਤੀ ਹੈ ਤੇ ਕਿਤੇ ਨਾ ਕਿਤੇ ਇਹ ਦੁਰਭਾਗਿਆਪੂਰਨ ਹੈ ਕਿ ਕਿਸੇ ਪਾਰਟੀ ਦੇ ਇਲੈਕਸ਼ਨ ਮੈਨੀਫੈਸਟੋ ਨੂੰ ਕਮਿਊਨਲ ਐਂਗਲ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦਾ ਜਿਹੜਾ ਕਿਤੇ ਨਾ ਕਿਤੇ ਉਹਦੀ ਤੁਲਨਾ ਮੁਸਲਿਮ ਲੀਗ ਦੇ ਮੈਨੀਫੈਸਟੋ ਨਾਲ ਕਰ ਰਹੇ ਨੇ। ਇੰਡੀਆ 'ਚ 47 ਤੋਂ ਬਾਅਦ ਮੁਸਲਿਮ ਲੀਗ ਨਾਂ ਦੀ ਕੋਈ ਚੀਜ਼ ਨਹੀਂ ਹੈ, ਇਹ ਸਾਰੀ ਚੀਜ਼ਾਂ ਆਪਾਂ ਨੂੰ ਪਤਾ ਹੈ ਤੇ ਆਜ਼ਾਦੀ ਤੋਂ ਪਹਿਲਾਂ ਵੀ ਮੁਸਲਿਮ ਲੀਗ ਤੇ RSS ਦੋਵੇਂ ਇਕੱਠੇ ਕਿਵੇਂ ਕੰਮ ਕਰਦੇ ਸੀਗੇ ਉਹਦਾ ਵੀ ਆਪਾਂ ਨੂੰ ਪਤਾ ਹੈ। ਪੱਛਮੀ ਬੰਗਾਲ 'ਚ ਜਦੋਂ ਮੁਸਲਿਮ ਲੀਗ ਦੀ ਸਰਕਾਰ ਸੀ ਤੇ ਉਹਦੇ 'ਚ ਹਿੰਦੂ ਮਹਾਸਭਾ ਦੇ
ਜਿਹੜੇ ਸ਼ਿਆਮਾ ਪ੍ਰਸਾਦ ਮੁਖਰਜੀ ਸੀਗੇ ਉਹ ਡਿਪਟੀ ਮਿਨਿਸਟਰ ਵੀ ਬਣੇ ਸੀਗੇ। ਇਹ ਇਸ ਚੀਜ਼ ਦਾ ਵੀ ਆਪਾਂ ਨੂੰ ਪਤਾ ਹੈ। ਤੇ ਜਿਹੜਾ ਇੰਡੀਆ ਨੂੰ ਡਿਵਾਈਡ ਕਰਨ ਦਾ ਏਜੰਡਾ ਸੀਗਾ ਉਹ ਵੀ ਪਹਿਲਾਂ RSS ਲੈ ਕੇ ਆਇਆ ਸੀ 1937 'ਚ, ਤੇ ਉਸੇ ਏਜੰਡੇ ਨੂੰ ਕਿਤੇ ਨਾ ਕਿਤੇ ਮੁਸਲਿਮ ਲੀਗ ਨੇ ਵੀ ਲਾਇਆ ਸੀਗਾ। ਆਜ਼ਾਦੀ ਤੋਂ ਪਹਿਲਾਂ ਕਿਤੇ ਨਾ ਕਿਤੇ ਆਪਾਂ ਇੰਡੀਆ 'ਚ ਕਹਿ ਸਕਦੇ ਹਾਂ ਕਿ ਕੰਪੀਟੀਟਿਵ ਕਮਿਊਨਿਜ਼ਮ ਸੀਗਾ, ਜਿਹਦੇ 'ਚ ਮੁਸਲਿਮ ਲੀਗ ਅਤੇ RSS ਜਾਂ ਹਿੰਦੂ ਮਹਾਸਭਾ ਦੇ ਵਿੱਚ ਇੱਕ ਕੰਪੀਟੀਸ਼ਨ ਚੱਲਦਾ ਸੀਗਾ ਕਿ ਕਿਵੇਂ ਉਹ ਦੋਵੇਂ ਆਰਗੇਨਾਈਜੇਸ਼ਨਸ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਧਰਮਾਂ ਦੇ ਖਿਲਾਫ ਕਿਤੇ ਨਾ ਕਿਤੇ ਕਮਿਊਨਲ ਟੈਂਸ਼ਨ ਫੈਲਾਉਂਦੇ ਸੀਗੇ। ਪਰ ਆਜ਼ਾਦੀ ਤੋਂ ਬਾਅਦ ਇੰਡੀਆ 'ਚ ਕੰਪੀਟੀਟਿਵ ਕਮਿਊਨਿਜ਼ਮ ਖਤਮ ਹੋ ਗਿਆ, ਕਿਉਂਕਿ ਇੱਥੇ ਤਾਂ ਜਿਹੜੇ ਮੁਸਲਿਮ ਹੈਗੇ ਆ ਜਾਂ ਫਿਰ ਸਿੱਖ ਹੈਗੇ ਆ ਉਹ ਮਾਈਨੋਰਿਟੀ 'ਚ ਹੋ ਗਏ ਸੀਗੇ। ਤੇ ਇੱਥੇ ਲਗਾਤਾਰ ਇੱਕ ਨੈਰੇਟਿਵ BJP ਵੱਲੋਂ ਪੁਸ਼ ਕੀਤਾ ਗਿਆ ਕਿ ਇੰਡੀਆ 'ਚ ਹਜੇ ਮਾਈਨੋਰਿਟੀ ਕਮਿਊਨਿਜ਼ਮ ਹੈਗਾ। ਪਰ ਮੇਰਾ ਮੰਨਣਾ ਹੈ ਕਿ ਇੰਡੀਆ 'ਚ ਮਾਈਨੋਰਿਟੀ ਕਮਿਊਨਿਜ਼ਮ ਵਰਗੀ ਕੋਈ ਚੀਜ਼ ਨਹੀਂ ਹੈ, ਕਿਉਂਕਿ ਇੰਡੀਆ 'ਚ ਇੱਕ ਵੀ ਇੱਦਾਂ ਦਾ ਇੰਸੀਡੈਂਟ ਨਹੀਂ ਹੈ ਜਿਹਦੇ 'ਚ ਮਾਈਨੋਰਿਟੀਜ਼ ਨੇ ਮੈਜੋਰਿਟੀ ਯਾਨੀ ਕਿ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ ਉਹਨਾਂ ਨੇ ਮੈਜੋਰਿਟੀ ਦੇ ਲੋਕਾਂ ਦੇ ਉੱਪਰ ਹਮਲੇ ਕੀਤੇ। ਕੋਈ ਵੀ ਇੱਦਾਂ ਦੇ ਇੰਸੀਡੈਂਟ ਆਪਾਂ ਨੂੰ ਦੇਖਣ ਨੂੰ ਮਿਲਦੇ। ਈਵਨ ਜਿਹੜੇ ਦੰਗੇ ਹੈਗੇ ਉਹਨਾਂ 'ਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਮੈਜੋਰਿਟੀ ਦੇ ਲੋਕ ਹੈਗੇ ਆ ਉਹ ਮਾਈਨੋਰਿਟੀ ਦੇ ਲੋਕਾਂ ਦੇ ਖਿਲਾਫ ਦੰਗੇ ਕਰਦੇ ਨੇ, ਉਹਨਾਂ 'ਤੇ ਘਰਾਂ 'ਤੇ ਹਮਲੇ ਕਰਦੇ ਨੇ, ਉਹਨਾਂ ਨੂੰ ਮਾਰਦੇ ਨੇ। ਤੇ ਇੱਦਾਂ ਹੀ ਕੋਈ ਵੀ ਇੱਦਾਂ ਦੇ ਸੰਗਠਨ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਜਿਹੜੇ ਕਿ ਮਾਈਨੋਰਿਟੀ ਦੇ ਖਾਸ ਕਰ ਜਿਹੜੇ ਕਿ ਮੈਜੋਰਿਟੀ ਦੇ ਖਿਲਾਫ ਕੋਈ ਕਮਿਊਨਲ ਟੈਂਸ਼ਨ ਫੈਲਾਉਂਦੇ ਹੋਣ। ਇਹਦੇ ਉਲਟ ਜਿਹੜੇ ਰਾਈਟ ਵਿੰਗ ਹਿੰਦੂਤਵਵਾਦੀ ਗਰੁੱਪ ਹੈਗੇ ਉਹ ਲਗਾਤਾਰ ਘੱਟ ਗਿਣਤੀਆਂ ਦੇ ਉਲਟ ਪੂਰਾ ਪ੍ਰੋਪੇਗੈਂਡਾ ਕਰਦੇ ਨੇ ਤੇ ਹੇਟ ਸਪੀਚਿਸ ਵੀ ਦਿੰਦੇ ਨੇ। ਤੇ ਉਹੀ ਕੁਛ ਆਪਾਂ ਨੂੰ ਹੁਣ ਇਲੈਕਸ਼ਨ 'ਚ ਦੇਖਣ ਨੂੰ ਮਿਲ ਰਿਹਾ ਹੈ। ਇੱਕ ਮੇਰੀ BJP ਦੇ ਇੱਕ ਆਗੂ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਜਦੋਂ ਇਲੈਕਸ਼ਨ ਸ਼ੁਰੂ ਹੁੰਦਾ ਹੈ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ BJP ਦੇ ਆਮ ਵਰਕਰ ਦੀ, RSS ਦੇ ਵਰਕਰ ਦੀ ਲੈਂਗੁਏਜ ਇੱਕੋ ਜਿਹੀ ਹੋ ਜਾਂਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁੱਲ੍ਹ ਕੇ ਮੁਸਲਮਾਨਾਂ 'ਤੇ ਹਮਲਾ ਕਰਨ ਲੱਗ ਜਾਂਦੇ ਨੇ, ਮੁਸਲਮਾਨਾਂ ਨੂੰ ਆਈਸੋਲੇਟ ਕਰਨ 'ਤੇ ਆ ਜਾਂਦੇ ਨੇ। ਤੇ ਉਹਦਾ ਨਜ਼ਾਰਾ ਆਪਾਂ ਨੂੰ ਜਦੋਂ ਕਾਂਗਰਸ ਨੇ ਆਪਣਾ ਇਲੈਕਸ਼ਨ ਮੈਨੀਫੈਸਟੋ ਰਿਲੀਜ਼ ਕੀਤਾ ਸੀ ਉਹਦੇ 'ਚ ਦੇਖਣ ਨੂੰ ਮਿਲਿਆ। ਨਰਿੰਦਰ ਮੋਦੀ ਨੇ ਕਾਂਗਰਸ ਦੇ ਮੈਨੀਫੈਸਟੋ 'ਤੇ ਟਿੱਪਣੀ ਕਰਦਿਆਂ ਉਹਨੂੰ ਮੁਸਲਿਮ ਲੀਗ ਦਾ ਮੈਨੀਫੈਸਟੋ ਦੱਸਿਆ ਸੀਗਾ। ਹੁਣ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਲਟ 2 ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ 'ਚ ਦਿੱਤੀਆਂ ਹਨ, ਜਿਹੜੇ ਕਿ ਮੈਨੂੰ ਲੱਗਦਾ ਕਿ ਜਾਇਜ਼ ਹੈਗੀਆਂ ਤੇ ਇਹ ਦੇਣੀਆਂ ਹੀ ਚਾਹੀਦੀਆਂ ਹੈਗੀਆਂ, ਕਿਉਂਕਿ ਕਿਤੇ ਨਾ ਕਿਤੇ ਵੋਟਾਂ ਵਾਸਤੇ ਕਮਿਊਨਲ ਟੈਂਸ਼ਨ ਇੰਡੀਆ 'ਚ ਫੈਲਾਉਣੀ ਉਹ ਗਲਤ ਹੈ। ਤੇ ਇਸ ਤੋਂ ਆਪਾਂ ਜੇ ਅਗਲੀ ਖਬਰ ਦੀ ਗੱਲ ਕਰੀਏ ਤੇ ਉਹ ਹੈਗੀ ਆ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੀ ਅੱਜ ਜ਼ੁਬਾਨੀ ਜੰਗ ਦੀ। ਅੱਜ ਰਾਹੁਲ ਗਾਂਧੀ ਮੱਧ ਪ੍ਰਦੇਸ਼ ਦੇ ਸਿਵਨੀ 'ਚ ਇੱਕ ਰੈਲੀ ਨੂੰ ਆਯੋਜਿਤ ਕਰ ਰਹੇ ਸੀ। ਉੱਥੇ ਉਹ ਜਿਹੜਾ ਇਲਾਕਾ ਹੈਗਾ ਉਹ ਆਦੀਵਾਸੀ ਬਹੁਲ ਇਲਾਕਾ ਹੈ ਤੇ ਆਪਾਂ ਨੂੰ ਪਤਾ ਕਿ ਜਿਹੜੇ RSS ਵਾਲੇ ਹੈਗੇ ਉਹ ਆਦੀਵਾਸੀਆਂ ਨੂੰ ਵਨਵਾਸੀ ਕਹਿੰਦੇ ਨੇ। ਤੇ ਰਾਹੁਲ ਗਾਂਧੀ ਨੇ ਇਸੇ ਨੂੰ ਮੁੱਦਾ ਬਣਾ ਲਿਆ ਤੇ ਉਹਨਾਂ ਨੇ ਕਿਹਾ ਕਿ ਆਦੀਵਾਸੀਆਂ ਨੂੰ ਜਿਹੜੀ RSS ਹੈ ਜਾਂ ਫਿਰ BJP ਹੈ ਉਹ ਵਨਵਾਸੀ ਇਸ ਕਰਕੇ ਕਹਿੰਦੀ ਹੈ ਕਿਉਂਕਿ ਉਹ ਇਹਨਾਂ ਨੂੰ ਵਨ 'ਚ ਰਹਿਣ ਵਾਲੇ ਬੰਦਿਆਂ ਵਾਂਗ ਪੋਰਟਰੇ ਕਰਨਾ ਚਾਹੁੰਦੇ ਨੇ, ਨਾ ਕਿ ਇਹਨਾਂ ਦੇ ਜਿਹੜੇ ਲੈਂਡ ਰਾਈਟਸ ਹੈਗੇ ਜੰਗਲ 'ਚ ਜੰਗਲ ਜ਼ਮੀਨ ਦੀ ਜਿਹੜੀ ਇਹਨਾਂ ਦੀ ਲੜਾਈ ਹੈਗੀ ਆ ਉਹਨਾਂ ਤੋਂ ਇਹਨਾਂ ਨੂੰ ਵੱਖ ਕਰਨਾ ਚਾਹੁੰਦੇ ਨੇ। ਇਸ ਕਰਕੇ ਜਿਹੜੇ ਆਦੀਵਾਸੀਆਂ ਨੂੰ BJP ਵਾਲੇ ਵਨਵਾਸੀ ਕਹਿੰਦੇ ਨੇ। ਤੇ ਇਸ ਤੋਂ ਉਲਟ ਛੱਤੀਸਗੜ੍ਹ 'ਚ ਨਰਿੰਦਰ ਮੋਦੀ ਇੱਕ ਰੈਲੀ ਦਾ ਆਯੋਜਨ ਕਰ ਰਹੇ ਸੀਗੇ। ਉੱਥੇ ਉਹਨਾਂ ਨੇ ਕਾਂਗਰਸ 'ਤੇ ਕਿਹਾ ਕਿ ਕਾਂਗਰਸਾਂ ਨੇ ਕਦੇ ਵੀ ਗਰੀਬਾਂ ਦੀ ਸਾਰ ਨਹੀਂ ਲਈ। ਉਹਨਾਂ ਨੇ ਕੋਵਿਡ ਕਾਲ 'ਚ ਮਿੰਟੋ ਮਿੰਟੀ ਹੀ ਵੈਕਸੀਨ ਬਣਾ ਦਿੱਤੀ ਸੀ ਤੇ ਜੇ ਕਾਂਗਰਸ ਦੀ ਸਰਕਾਰ ਹੁੰਦੀ ਕੋਵਿਡ 'ਚ ਤਾਂ ਵੈਕਸੀਨੇਸ਼ਨ ਕਈ ਦਸ਼ਕਾਂ ਬਾਅਦ ਬਣ ਕੇ ਆਉਂਦੀ। ਇਸ ਕਿਸਮ ਦੇ ਆਰੋਪ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਹੋਰਾਂ 'ਤੇ ਲਾਏ ਤੇ ਇਹ ਜਿਹੜੀ ਜ਼ੁਬਾਨੀ ਜੰਗ ਹੈ ਇਹ ਹਰ ਰੋਜ਼ ਆਪਾਂ ਨੂੰ ਦੇਖਣ ਨੂੰ ਵੀ ਮਿਲੂਗੀ। ਉਸ ਤੋਂ ਅਗਲੀ ਜਿਹੜੀ ਖਬਰ ਹੈਗੀ ਆ ਉਹ ਪੋਲੀਟੀਕਲ ਸਟ੍ਰੈਟੇਜਿਸਟ ਪ੍ਰਸ਼ਾਂਤ ਕਿਸ਼ੋਰ ਬਾਰੇ ਹੈਗੇ। ਆਪਾਂ ਨੂੰ ਪਤਾ ਕਿ ਪ੍ਰਸ਼ਾਂਤ ਕਿਸ਼ੋਰ ਨੇ 2014 ਦਾ ਜਿਹੜਾ ਨਰਿੰਦਰ ਮੋਦੀ ਵਾਲਾ ਇਲੈਕਸ਼ਨ ਸੀਗਾ ਉਹਦੇ 'ਚ ਸੋਸ਼ਲ ਮੀਡੀਆ ਕੈਂਪੇਨਿੰਗ 'ਚ ਮਦਦ ਕੀਤੀ ਸੀ। 2017 'ਚ ਜਦੋਂ ਕੈਪਟਨ ਅਮਰਿੰਦਰ ਨੇ ਵੀ ਪੰਜਾਬ 'ਚ ਚੋਣ ਲੜਿਆ ਸੀ ਉਹਦੇ 'ਚ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਦਾ ਵੀ ਜਿਹੜਾ ਚੋਣ ਪ੍ਰਚਾਰ ਸੀਗਾ ਉਹਦੀ ਸਟ੍ਰੈਟੇਜੀ ਲੀਡ ਕੀਤੀ ਸੀਗੀ। ਇਸ ਤੋਂ ਇਲਾਵਾ YSR ਕਾਂਗਰਸ ਦੀ ਗੱਲ ਹੋਵੇ, ਮਮਤਾ ਬਨਰਜੀ ਦੀ ਗੱਲ ਹੋਵੇ, ਆਮ ਆਦਮੀ ਪਾਰਟੀ ਦੀ ਗੱਲ ਹੋਵੇ, ਸਾਰਿਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਦੀ ਮਦਦ ਲਿੱਤੀ ਹੋਈ ਹੈ। ਤੇ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਬਾਰੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ ਤੇ ਉਹਨਾਂ ਨੇ ਬਿਹਾਰ 'ਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਕਿਹਾ ਹੈ ਕਿ ਜੇ ਇਸ ਵਾਰ ਕਾਂਗਰਸ ਦੇ ਮਨ ਮੁਤਾਬਕ ਰਿਜ਼ਲਟ ਨਹੀਂ ਆਇਆ ਇਸ ਲੋਕ ਸਭਾ ਇਲੈਕਸ਼ਨ 'ਚ ਤਾਂ ਫਿਰ ਰਾਹੁਲ ਗਾਂਧੀ ਨੂੰ ਪਿੱਛੇ ਹਟ ਜਾਣਾ ਚਾਹੀਦਾ। 10 ਸਾਲ ਤੱਕ ਲਗਾਤਾਰ 10 ਸਾਲ ਤੱਕ ਉਹਨਾਂ ਕੋਲ ਬਾਗਡੋਰ ਸੀਗੇ ਤੇ ਮੈਕਸਿਮਮ ਚੋਣ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਹਾਰਨ ਦਿੱਤੇ ਹਨ। ਤੇ ਇਸ ਕਰਕੇ ਰਾਹੁਲ ਗਾਂਧੀ ਨੂੰ ਜੇ ਇਸ ਵਾਰ ਵੀ ਕਾਂਗਰਸ ਹਾਰਦੀ ਹੈ ਤਾਂ ਫਿਰ ਰਾਹੁਲ ਗਾਂਧੀ ਨੂੰ ਕਾਂਗਰਸ ਨੂੰ ਛੱਡ ਦੇਣਾ ਚਾਹੀਦਾ ਜਾਂ ਫਿਰ ਲੀਡਰਸ਼ਿਪ ਪੋਜੀਸ਼ਨ ਤੋਂ ਪਿੱਛੇ ਹਟ ਜਾਣਾ ਚਾਹੀਦਾ। ਇਹ ਬਿਆਨ ਸੀਗਾ ਪ੍ਰਸ਼ਾਂਤ ਕਿਸ਼ੋਰ ਦਾ। ਪ੍ਰਸ਼ਾਂਤ ਕਿਸ਼ੋਰ ਬਾਰੇ ਅਕਸਰ ਇਹ ਕਿਹਾ ਜਾਂਦਾ ਕਿਤੇ ਨਾ ਕਿਤੇ ਉਹ ਨਰਿੰਦਰ ਮੋਦੀ ਹੋਰਾਂ ਨਾਲ ਟਿਊਨਿੰਗ ਕਰਕੇ ਚੱਲਦੇ ਨੇ ਤੇ ਕਾਂਗਰਸ ਦੇ ਉੱਪਰ ਕੋਈ ਵੀ ਅਟੈਕ ਕਰਨ ਤੇ ਪਿੱਛੇ ਨਹੀਂ ਹਟਦੇ। ਜਿਹੜਾ ਕੈਪਟਨ ਇੱਦਾਂ ਦੀ ਗੱਲ ਵੀ ਹੈ ਕਿ ਕੈਪਟਨ ਅਮਰਿੰਦਰ ਹੋਰਾਂ ਦਾ ਜਿਹੜਾ ਪੂਰਾ ਚੋਣ ਇਲੈਕਸ਼ਨ ਸੀਗਾ ਉਹਦੀ ਜਿਹੜੀ ਸਟ੍ਰੈਟੇਜੀ ਸੀਗੀ ਉਹ ਨਰਿੰਦਰ ਮੋਦੀ ਹੋਰਾਂ ਦੇ
ਕਹਿਣ 'ਤੇ ਹੀ ਉਹਨਾਂ ਨੂੰ ਮਿਲੀ ਸੀ, ਕਿਉਂਕਿ 2017 'ਚ ਆਪਾਂ ਨੂੰ ਪਤਾ ਕਿ ਜਿਹੜੇ ਅਮਿਤ ਸ਼ਾਹ ਹੈਗੇ ਆ ਉਹਨਾਂ ਨਾਲ ਕੈਪਟਨ ਅਮਰਿੰਦਰ ਦੀ ਵਧੀਆ ਨੇੜਤਾ ਸੀਗੀ ਤੇ ਅਮਿਤ ਸ਼ਾਹ ਚਾਹੁੰਦੇ ਸੀਗੇ ਕਿ 2017 'ਚ ਕੈਪਟਨ ਅਮਰਿੰਦਰ ਹੀ ਸਰਕਾਰ 'ਚ ਆਵੇ। ਹਾਲਾਂਕਿ ਬਾਅਦ 'ਚ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਨੂੰ ਉਹਨਾਂ ਦੇ ਸੀਐਮਸ਼ਿਪ ਤੋਂ ਹਟਾਤਾ ਸੀਗਾ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਬੀਜੇਪੀ 'ਚ ਚਲੇ ਗਏ ਸੀ। ਹੁਣ ਉਹ ਬੀਜੇਪੀ ਦੇ ਆਗੂ ਹਨ ਤੇ ਬੀਜੇਪੀ ਨੇ ਪੰਜਾਬ 'ਚ ਜਿਹੜੀ ਜੱਟਾਂ ਦੀ ਲੀਡਰਸ਼ਿਪ ਹੈ ਉਹਦੇ 'ਚ ਵੱਡੇ ਆਗੂ ਸੀਗੇ ਜਿਹੜੇ ਕਿ ਅਕਾਲੀ ਦਲ ਨਾਲ ਜੁੜੇ ਹੋਏ ਸੀ ਜਾਂ ਫਿਰ ਜੁੜੇ ਹੋਏ ਸੀ ਕਾਂਗਰਸ ਨਾਲ, ਉਹਨਾਂ ਨੂੰ ਤੋੜ ਕੇ ਆਪਣੇ ਨਾਲ ਰਲਾ ਲਿਆ ਤੇ ਉਹ ਲਗਾਤਾਰ ਇਹਦੇ 'ਚ ਵਾਧਾ ਵੀ ਕਰ ਰਹੇ ਨੇ। ਇਹ ਮੈਨੂੰ ਨਹੀਂ ਸਮਝ ਆ ਰਿਹਾ ਕਿ ਪੰਜਾਬ ਦੇ ਲੋਕ ਤਾਂ ਬੀਜੇਪੀ ਦੇ ਉਲਟ ਨੇ ਤੇ ਪੰਜਾਬ ਦੇ ਜਿਹੜੇ ਵੱਡੇ ਆਗੂ ਹੈਗੇ ਉਹ ਲਗਾਤਾਰ ਬੀਜੇਪੀ 'ਚ ਜਾਈ ਜਾ ਰਹੇ ਨੇ। ਇਹ ਇੱਕ ਅਲੱਗ ਕਿਸਮ ਦਾ ਕੰਟਰਾਸਟ ਹੈਗਾ। ਉਸ ਤੋਂ ਜਿਹੜੀ ਅਗਲੀ ਖਬਰ ਹੈਗੀ ਉਹ ਰਾਜਨਾਥ ਸਿੰਘ ਬਾਰੇ ਹੈ। ਰਾਜਨਾਥ ਸਿੰਘ ਇੰਡੀਆ ਦੇ ਡਿਫੈਂਸ ਮਿਨਿਸਟਰ ਹਨ ਤੇ ਉਹਨਾਂ ਨੇ ਅਗਨੀਪਥ ਸਕੀਮ ਬਾਰੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਜੇ ਜ਼ਰੂਰਤ ਪਈ ਤਾਂ ਅਸੀਂ ਇਹਦੇ 'ਚ ਸੁਧਾਰ ਕਰਾਂਗੇ। ਉਹਦਾ ਰੀਜ਼ਨ ਇਹ ਹੈ, ਉਹਨਾਂ ਦੇ ਇਸ ਬਿਆਨ ਦਾ ਰੀਜ਼ਨ ਇਹ ਹੈ ਕਿਉਂਕਿ ਰਾਜਸਥਾਨ, ਹਰਿਆਣੇ ਦੇ ਵਿੱਚ, ਪੰਜਾਬ 'ਚ ਜਾਂ ਫਿਰ ਉੱਤਰ ਪ੍ਰਦੇਸ਼ 'ਚ, ਮੱਧ ਪ੍ਰਦੇਸ਼ 'ਚ, ਮਹਾਰਾਸ਼ਟਰ 'ਚ ਵੱਡੀ ਸੰਖਿਆ 'ਚ ਇਹਨਾਂ ਦੇ ਪਿੰਡਾਂ ਤੋਂ ਜਿਹੜੇ ਨੌਜਵਾਨ ਸੀਗੇ ਉਹ ਫੌਜ 'ਚ ਭਰਤੀ ਹੁੰਦੇ ਸੀਗੇ। ਪਰ ਆਪਾਂ ਨੂੰ ਪਤਾ ਹੈ ਕਿ ਸਾਲ 2022 'ਚ ਬੀਜੇਪੀ ਇੱਕ ਸਕੀਮ ਲੈ ਕੇ ਆਈ ਸੀ ਜਿਹਦਾ ਨਾਂ ਸੀਗਾ ਅਗਨੀਵੀਰ। ਉਸ ਸਕੀਮ ਤਹਿਤ ਸਿਰਫ 4 ਸਾਲ ਵਾਸਤੇ ਫੌਜੀ ਭਰਤੀ ਬੱਚਿਆਂ ਨੂੰ, ਨੌਜਵਾਨਾਂ ਨੂੰ ਫੌਜੀ ਭਰਤੀ ਕੀਤਾ ਜਾਂਦਾ ਸੀਗਾ ਤੇ ਉਹਦਾ ਇੱਕ ਬੈਚ ਹੁਣ ਪੂਰਾ ਵੀ ਹੋਣ ਜਾ ਰਿਹਾ ਹੈ ਤੇ ਲਗਾਤਾਰ ਇਹ ਸਵਾਲ ਉੱਠ ਰਿਹਾ ਹੈ ਕਿ 4 ਸਾਲ ਬਾਅਦ ਇਹਨਾਂ ਅਗਨੀਵੀਰਾਂ ਦਾ ਯਾਨੀ ਇਹਨਾਂ ਫੌਜੀਆਂ ਦਾ ਕੀ ਬਣੂਗਾ। ਉਹਦੇ ਤੇ ਰਾਜਨਾਥ ਸਿੰਘ ਨੇ ਬਿਆਨ ਦਿਆ ਕਿ ਜਿਹੜੇ ਅਗਨੀਵੀਰਾਂ ਦਾ ਜਿਹੜਾ ਮਾਮਲਾ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੈਗੀ ਆ। ਉਹਨਾਂ ਦਾ ਬਿਆਨ ਇਸ ਕਰਕੇ ਵੀ ਆਇਆ ਕਿਉਂਕਿ ਵਿਰੋਧ ਇਹਨਾਂ 5-6 ਸੂਬਿਆਂ 'ਚ ਖਾਸਾ ਹੋ ਰਿਹਾ ਹੈ ਤੇ ਜਿਹੜੇ ਨੌਜਵਾਨ ਆਰਮੀ ਦੀ ਤਿਆਰੀ ਕਰਦੇ ਸੀਗੇ, ਜਿਹੜੇ ਪਿੰਡੂ ਨੌਜਵਾਨ ਆਰਮੀ ਦੀ ਤਿਆਰੀ ਕਰਦੇ ਸੀਗੇ ਤੇ ਉਹ ਲਗਾਤਾਰ ਬੀਜੇਪੀ ਦੇ ਉਲਟ ਪਿੰਡਾਂ 'ਚ ਪ੍ਰਚਾਰ ਕਰ ਰਹੇ ਨੇ ਤੇ ਕਹਿ ਰਹੇ ਨੇ ਇਹਨਾਂ ਨੇ ਤਾਂ ਜਿਹੜੀ ਫੌਜ ਹੈ ਉਹ ਵੀ ਬੇਇੱਜ਼ਤੀ, ਜਿਹੜੀ ਇੱਕ ਨੌਕਰੀ ਸੀਗੀ ਪਿੰਡਾਂ ਵਾਲਿਆਂ ਵਾਸਤੇ ਫੌਜ ਦੀ, ਉਹਨੂੰ ਵੀ ਕਿਤੇ ਨਾ ਕਿਤੇ ਇਹਨਾਂ ਨੇ 4 ਸਾਲ ਦਾ ਬਣਾਤਾ ਜਿਹਦੇ 'ਚ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਦਾ। ਲਗਾਤਾਰ ਇਹ ਪ੍ਰਚਾਰ ਵੀ ਚੱਲਦਾ ਹੈ ਕਿ ਅਗਨੀਪਥ ਸਕੀਮ ਦੇ ਤਹਿਤ ਭਰਤੀ ਹੋਏ ਨੌਜਵਾਨ ਜੇ ਫੌਜ 'ਚ ਸ਼ਹੀਦ ਹੋ ਜਾਂਦੇ ਨੇ ਤੇ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਵੀ ਨਹੀਂ ਮਿਲੂਗਾ ਤੇ ਉਹਨਾਂ ਦੇ ਜਿਹੜੇ ਅਲਾਊਂਸ ਹੈਗੇ ਉਹ ਵੀ ਉਹਨਾਂ ਨੂੰ ਪੂਰੇ ਨਹੀਂ ਮਿਲਦੇ। 4 ਸਾਲ ਬਾਅਦ ਉਹਨਾਂ ਨੂੰ ਸਿਰਫ ਇੱਕ ਸਕਿੱਲ ਡਿਵੈਲਪਮੈਂਟ ਦਾ ਡਿਪਲੋਮਾ ਪਕੜਾ ਦਿੱਤਾ ਜਾਊਗਾ ਤੇ ਉਹਦੇ ਸਾਰੇ ਫਿਰ ਉਹ ਕਿਵੇਂ ਆਪਣੇ ਜਿਹੜਾ ਅੱਗੇ ਦਾ ਜੀਵਨ ਹੈ ਉਹ ਕੱਟਣਗੇ। ਇਹ ਸੀਰੀਅਸ ਸਵਾਲ ਹੈਗਾ। ਤੁਸੀਂ ਕਿਸੇ ਨੌਜਵਾਨ ਨੂੰ 18 ਸਾਲ ਦੀ ਉਮਰ 'ਚ ਭਰਤੀ ਕਰ ਲਓ ਤੇ 4 ਸਾਲ ਵਾਸਤੇ ਉਹਨਾਂ ਨੂੰ ਰਿਟਾਇਰਮੈਂਟ ਕਰ ਦਿਓ ਤੇ ਉਹ 22 ਸਾਲ ਦੀ ਉਮਰ 'ਚ ਰਿਟਾਇਰ ਹੋ ਗਿਆ, ਫਿਰ ਉਹ ਪੂਰੀ ਜਵਾਨੀ ਕੀ ਕਰੂਗਾ। ਜਿਹੜਾ ਅਨਐਮਪਲੋਇਮੈਂਟ ਹੈਗਾ ਇੰਡੀਆ 'ਚ ਉਹਦੇ 'ਤੇ ਵੀ ਲਗਾਤਾਰ ਵਾਧਾ ਹੋ ਰਿਹਾ। ਇਸ ਕਰਕੇ ਜਿਹੜਾ ਅਗਨੀਵੀਰ ਸਕੀਮ ਹੈਗੀ ਆ ਉਹ ਬੀਜੇਪੀ ਦੀ ਗਲੇ ਦੀ ਫਾਸ ਬਣੀ ਹੋਈ ਹੈ। ਜਿਹੜਾ ਗਰੀਬ ਪੇਂਡੂ ਹੈਗਾ ਉਹਦੇ ਵਾਸਤੇ ਜਿਹੜੀ ਫੌਜ ਸੀਗੀ ਇੰਡੀਆ 'ਚ ਉਹ ਕਿਤੇ ਨਾ ਕਿਤੇ ਅਪਵਰਡ ਮੋਬਿਲਿਟੀ ਦਾ ਵੀ ਸਾਧਨ ਸੀਗੀ। ਉਹਦਾ ਜਿਹੜਾ ਜੇ ਉਹ ਫੌਜ 'ਚ ਭਰਤੀ ਹੋ ਜਾਂਦਾ ਸੀਗਾ ਕਿਤੇ ਨਾ ਕਿਤੇ ਉਹਦਾ ਜਿਹੜਾ ਜੀਵਨ ਸਤਰ ਹੈਗਾ ਉਹ ਵੀ ਉੱਠਦਾ ਸੀਗਾ। ਜਿਹੜਾ ਗ੍ਰਾਮੀਣ ਗਰੀਬ ਯਾਨੀ ਕਿ ਦਿਹਾਤੀ ਬੰਦਾ ਜਿਹੜਾ ਕਿ ਗਰੀਬ ਹੈਗਾ, ਜਿਵੇਂ ਵੱਡੀ ਕਿਸਾਨੀ ਹੈਗੇ ਉਹਨਾਂ ਦੇ ਬੰਦੇ ਨਹੀਂ ਜਾਂਦੇ ਸੀਗੇ ਫੌਜ 'ਚ। ਜਿਹੜੀ ਛੋਟੀ ਕਿਸਾਨੀ ਯਾਨੀ ਕਿ ਜਿਹੜੇ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈਗੀ ਉਹਨਾਂ ਦੇ ਬੱਚੇ ਕਿਤੇ ਨਾ ਕਿਤੇ ਫੌਜ 'ਚ ਜਾਂਦੇ ਸੀਗੇ। ਪਰ ਹੁਣ ਜਿਹੜੀ ਅਗਨੀਵੀਰ ਸਕੀਮ ਹੈ ਉਹਨੇ ਕਿਤੇ ਨਾ ਕਿਤੇ ਛੋਟੀ ਕਿਸਾਨੀ 'ਤੇ ਯਾਨੀ ਕਿ ਜਿਹੜੇ ਆਪਣੇ ਦਿਹਾਤ ਦੇ ਛੋਟੇ ਕਿਸਾਨ ਹੈਗੇ ਉਹਨਾਂ 'ਤੇ ਮਾਰ ਪਾਈ ਹੈ ਤੇ ਉਹ ਕਿਤੇ ਨਾ ਕਿਤੇ ਉਹ ਇਸ ਦਾ ਹੁਣ ਵਿਰੋਧ ਵੀ ਕਰ ਰਹੇ ਨੇ। ਜਿਹੜੀ ਉਸ ਤੋਂ ਅਗਲੀ ਖਬਰ ਹੈਗੀ ਆ ਉਹ ਰਾਜਪੂਤਾਂ ਬਾਰੇ ਹੈ। ਇੰਡੀਆ ਦੇ ਜਿਹੜੇ ਨਾਰਥ ਇੰਡੀਆ ਦੇ ਖਾਸ ਕਰ ਜਿਹੜੇ ਰਾਜਪੂਤ ਹੈ ਉਹ ਹੁਣ ਆਪਾਂ ਨੂੰ ਬੀਜੇਪੀ ਤੋਂ ਨਾਰਾਜ਼ ਦਿਖ ਰਹੇ ਨੇ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਰਾਜਪੂਤਾਂ ਨੇ ਇੱਕ ਵੱਡੀ ਮਹਾਪੰਚਾਇਤ ਦਾ ਆਯੋਜਨ ਕੀਤਾ ਹੈ ਤੇ ਉਹਦੇ 'ਚ ਇਹ ਵੀ ਸਵਾਲ ਉੱਠਿਆ ਕਿ ਬੀਜੇਪੀ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਨਹੀਂ ਬਣਾਇਆ, ਜਦਕਿ ਜਿਹੜੇ ਇਲੈਕਸ਼ਨ ਸੀਗੇ ਵਿਧਾਨ ਸਭਾ ਦੇ 2023 'ਚ ਜਿਹੜੇ ਮੱਧ ਪ੍ਰਦੇਸ਼ 'ਚ ਚੋਣ ਹੋਏ ਉਹ ਸ਼ਿਵਰਾਜ ਚੌਹਾਨ ਦੇ ਲੀਡਰਸ਼ਿਪ ਹੇਠ ਲੜੇ ਗਏ ਸੀ। ਐਂ ਰਾਜਸਥਾਨ 'ਚ ਵਸੁੰਧਰਾ ਰਾਜੇ ਦੇ ਲੀਡਰਸ਼ਿਪ ਹੇਠ ਚੋਣ ਲੜੇ ਗਏ ਸੀਗੇ ਪਰ ਉਹਨਾਂ ਨੂੰ ਵੀ ਸੀਐਮ ਨਹੀਂ ਬਣਾਇਆ ਗਿਆ। ਇਸ ਦਾ ਗੁੱਸਾ ਵੀ ਸੀਗਾ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ 'ਚ ਕਈ ਵੱਡੇ ਰਾਜਪੂਤ ਆਗੂਆਂ ਦੀ ਟਿਕਟਾਂ ਬੀਜੇਪੀ ਨੇ ਕੱਟ ਦਿੱਤੀਆਂ ਸੀਗੀਆਂ। ਉਹਦੇ 'ਤੇ ਵੀ ਉਸ ਚੀਜ਼ ਦਾ ਵੀ ਡਿਸਕਸ਼ਨ ਇਸ ਰਾਜਪੂਤ ਮਹਾਪੰਚਾਇਤ 'ਚ ਹੋਇਆ। ਇਸ ਰਾਜਪੂਤ ਮਹਾਪੰਚਾਇਤ 'ਚ ਰਾਜਸਥਾਨ ਤੋਂ ਰਾਜਪੂਤ ਆਏ ਹੋਏ ਸੀਗੇ, ਹਰਿਆਣੇ ਤੋਂ ਰਾਜਪੂਤ ਆਏ ਹੋਏ ਸੀਗੇ, ਪੰਜਾਬ ਤੋਂ ਰਾਜਪੂਤ ਗਏ ਹੋਏ ਸੀਗੇ ਤੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਵੀ ਰਾਜਪੂਤ ਆਏ ਹੋਏ ਸੀ ਤੇ ਸਾਰਿਆਂ ਨੇ ਫੈਸਲਾ ਲਿਆ ਕਿ ਜਿਵੇਂ ਰਾਜਪੂਤ ਲੀਡਰਸ਼ਿਪ ਨੂੰ ਬੀਜੇਪੀ ਨੈਗਲੈਕਟ ਕਰ ਰਹੀ ਹੈ ਉਹਦੇ ਉਲਟ ਰਾਜਪੂਤ ਬੀਜੇਪੀ ਦੇ ਖਿਲਾਫ ਇਸ ਇਲੈਕਸ਼ਨ 'ਚ ਵੋਟ ਕਰਨਗੇ। ਜੇ ਇਹ ਸੱਚੀਓ ਹੋ ਜਾਂਦਾ ਹੈ ਤੇ ਕਿਤੇ ਨਾ ਕਿਤੇ ਬੀਜੇਪੀ ਨੂੰ ਵੱਡਾ ਡੈਂਟ ਲੱਗੂਗਾ ਤੇ ਬੀਜੇਪੀ ਦਾ ਕੋਰ ਵੋਟਰ ਰਾਜਪੂਤ ਨੂੰ ਮੰਨਿਆ ਜਾਂਦਾ ਹੈ। ਆਫਟਰ ਬਾਬਰੀ ਮਸਜਿਦ ਆਪਾਂ ਦੇਖਦੇ ਹਾਂ ਕਿ ਰਾਜਸਥਾਨ 'ਚ ਭੈਰੋ ਸਿੰਘ ਸ਼ੇਖਾਵਤ ਦੀ ਸਰਕਾਰ ਬਣੀ ਸੀਗੀ ਤੇ ਕਲਿਆਣ ਸਿੰਘ ਵੀ ਵੱਡੇ ਆਗੂ ਰਹੇ ਹੈਗੇ ਆ, ਸ਼ਿਵਰਾਜ ਸਿੰਘ ਚੌਹਾਨ ਵੱਡੇ ਆਗੂ ਹੈਗੇ ਆ, ਵਸੁੰਧਰਾ ਰਾਜੇ ਵੱਡੇ ਆਗੂ ਹੈਗੇ ਆ ਤੇ ਈਵਨ ਰਾਜਨਾਥ ਸਿੰਘ ਵੀ ਰਾਜਪੂਤ ਕਮਿਊਨਿਟੀ ਤੋਂ ਉਹੀ ਆਉਂਦੇ ਨੇ
ਤੇ ਜਿਹੜੇ ਯੋਗੀ ਆਦਿੱਤਿਆਨਾਥ ਹੈਗੇ ਆ ਉਹ ਰਾਜਪੂਤ ਕਮਿਊਨਿਟੀ ਤੋਂ ਆਉਂਦੇ ਨੇ ਤੇ ਜੇ ਕੱਲੇ ਇੱਕ ਲੀਡਰ ਦਾ ਨਾਂ ਲੈਣਾ ਹੋਵੇ ਜਿਹੜਾ ਕਿ ਬੀਜੇਪੀ 'ਚ ਹੁਣ ਸਰਵਾਈਵ ਕਰ ਰਿਹਾ ਤਾਂ ਯੋਗੀ ਆਦਿੱਤਿਆਨਾਥ ਹੈਗੇ ਆ। ਹਾਲਾਂਕਿ ਉਹ ਆਪਣੇ ਆਪ ਨੂੰ ਸਾਧੂ ਦੱਸਦੇ ਨੇ ਤੇ ਉਹ ਆਪਣੀ ਜਿਹੜੀ ਰਾਜਪੂਤ ਆਈਡੈਂਟੀਟੀ ਆ ਉਹਨੂੰ ਵੀ ਪੁਸ਼ ਨਹੀਂ ਕਰਦੇ ਤੇ ਉਸ ਕਰਕੇ ਹੀ ਜਿਹੜੀ ਰਾਜਪੂਤ ਕਮਿਊਨਿਟੀ ਆ ਉਹ ਬੀਜੇਪੀ ਦੇ ਉਲਟ ਖੜੀ ਹੋ ਰਹੀ ਹੈ। ਜਿਹੜੀ ਉਸ ਤੋਂ ਅਗਲੀ ਖਬਰ ਹੈਗੀ ਆ ਉਹ ਦੁਰਗੇਸ਼ ਪਾਠਕ ਬਾਰੇ ਹੈ। ਦੁਰਗੇਸ਼ ਪਾਠਕ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਹਨ ਤੇ ਮੇਨ ਜਿਹੜੀ ਉਹਨਾਂ ਦੀ ਨੈਸ਼ਨਲ ਕਾਉਂਸਲ ਹੈਗੀ ਆ ਉਹਦੇ ਸਦੱਸਿਆ ਵੀ ਹੈਗੇ ਆ ਤੇ ਉਹਨਾਂ ਨੂੰ ਵੀ ਈਡੀ ਦਾ ਸੰਮਨ ਆਇਆ ਹੈ। ਕੁਛ ਦਿਨ ਪਹਿਲਾਂ ਆਤੀਸ਼ੀ ਮਾਰਲੀਨਾ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਆਗੂ ਹਨ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਜਿਹੜਾ ਅਗਲਾ ਨੰਬਰ ਹੈਗਾ ਉਹ ਆਤੀਸ਼ੀ ਮਾਰਲੀਨਾ ਦਾ, ਸੌਰਵ ਭਾਰਦਵਾਜ ਦਾ ਤੇ ਦੁਰਗੇਸ਼ ਪਾਠਕ ਦਾ ਹੋ ਸਕਦਾ ਹੈ ਤੇ ਉਸੇ ਕੜੀ 'ਚ ਕਿਤੇ ਨਾ ਕਿਤੇ ਈਡੀ ਨੇ ਆਤੀਸ਼ੀ ਮਾਰਲੀਨਾ ਦੀ ਗੱਲ ਨੂੰ ਸਹੀ ਸਾਬਿਤ ਕਰਤਾ ਹੈ ਤੇ ਈਡੀ ਨੇ ਦੁਰਗੇਸ਼ ਪਾਠਕ ਨੂੰ ਜਿਹੜਾ ਸੰਮਨ ਭੇਜਿਆ। ਦੇਖਣਾ ਹੋਊਗਾ ਕਿ ਇਸ ਸੰਮਨ ਦਾ ਜਿਹੜੇ ਆਮ ਆਦਮੀ ਪਾਰਟੀ ਵਾਲੇ ਹੈਗੇ ਉਹ ਕੀ ਜਵਾਬ ਦੇਣਗੇ। ਤੇ ਜਿਹੜਾ ਤ੍ਰਿਣਮੂਲ ਕਾਂਗਰਸ ਨੇ ਅੱਜ ਪ੍ਰੋਟੈਸਟ ਕੀਤਾ ਹੈ ਕਿ ਈਡੀ, ਸੀਬੀਆਈ ਜਾਂ ਫਿਰ ਕੇਂਦਰੀ ਜਾਂਚ ਏਜੰਸੀਆਂ ਦਾ ਜਿਹੜਾ ਇਸਤੇਮਾਲ ਹੈ ਉਹ ਬੀਜੇਪੀ ਕਰ ਰਹੀ ਹੈ ਉਹ ਕਿਤੇ ਨਾ ਕਿਤੇ ਸਹੀ ਵੀ ਸਾਬਿਤ ਹੁੰਦਾ ਹੈ ਕਿ ਹੁਣ ਚੋਣ ਚੱਲ ਰਹੇ ਨੇ ਤੇ ਚੋਣ ਜ਼ਾਬਤਾ ਵੀ ਲੱਗ ਚੁੱਕਿਆ, ਫਿਰ ਵੀ ਆਗੂਆਂ ਨੂੰ ਲਗਾਤਾਰ ਈਡੀ ਦੇ ਸੰਮਨ ਆ ਰਹੇ ਨੇ। ਉਸ ਤੋਂ ਜਿਹੜੀ ਅਗਲੀ ਖਬਰ ਹੈਗੀ ਆ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਪ੍ਰਧਾਨ ਆਪਣੇ ਭਾਈ ਅੰਮ੍ਰਿਤਪਾਲ ਹੈਗੇ ਆ ਉਹਨਾਂ ਦੇ ਮਾਤਾ ਜੀ ਬਲਵਿੰਦਰ ਕੌਰ ਜੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। ਉਹ 8 ਅਪ੍ਰੈਲ ਤੋਂ ਇੱਕ ਮਾਰਚ ਕੱਢਣਾ ਚਾਹੁੰਦੇ ਸੀਗੇ ਜਿਹਦਾ ਨਾਂ ਹੈਗਾ ਚੇਤਨਾ ਮਾਰਚ ਤੇ ਉਹ ਬਠਿੰਡਾ ਤੋਂ ਉਹ ਮਾਰਚ ਸ਼ੁਰੂ ਕਰਨਾ ਚਾਹੁੰਦੇ ਸੀਗੇ ਤੇ ਉਹਦਾ ਮਕਸਦ ਇਹ ਸੀਗਾ ਕਿ ਜਿਹੜੇ ਨੌਜਵਾਨ ਪੰਜਾਬ ਦੇ ਨੌਜਵਾਨ ਜਿਹੜੇ ਕਿ ਅਸਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈਗੇ ਉਹਨਾਂ ਨੂੰ ਪੰਜਾਬ ਵਾਪਸ ਲੈ ਕੇ ਆਇਆ ਜਾਵੇ ਤੇ ਉਸ ਚੀਜ਼ ਵਾਸਤੇ ਉਹ 22 ਫਰਵਰੀ ਤੋਂ ਲਗਾਤਾਰ ਪ੍ਰੋਟੈਸਟ ਵੀ ਕਰ ਰਹੇ ਸੀਗੇ ਤੇ ਅੱਜ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ। ਉਸ ਤੋਂ ਬਾਅਦ ਮੇਰੀ ਕਈ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਿਰਫ ਪ੍ਰੀਵੈਂਟਿਵ ਡਿਟੈਂਸ਼ਨ ਕੀਤੀ ਹੈ, ਯਾਨੀ ਕਿ ਸਿਰਫ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹਾਂ ਕਿ ਕਦੇ ਕੋਈ ਵੱਡਾ ਰੌਲਾ ਨਾ ਪੈ ਜਾਏ, ਇਸ ਕਰਕੇ ਡਿਟੇਨ ਕੀਤਾ। ਅਸੀਂ ਬਾਅਦ 'ਚ ਉਹਨਾਂ ਨੂੰ ਛੱਡ ਦੇਵਾਂਗੇ। ਹਾਲਾਂਕਿ ਦੇਖਣਾ ਹੋਊਗਾ ਕਿ ਪੁਲਿਸ ਦਾ ਕੀ ਰੁਖ ਰਹਿੰਦਾ ਹੈ। ਪਹਿਲਾਂ ਹੀ ਉਹ ਜਿਹੜੇ ਨੌਜਵਾਨ ਹੈਗੇ ਪੰਜਾਬ ਦੇ ਉਹਨਾਂ ਨੂੰ NSA ਲਾ ਕੇ ਜਿਹੜੇ ਮੈਂ ਇਹਨਾਂ ਨੂੰ ਡੈਕਰੋਨੀਅਨ ਲੋਅ ਕਹਿੰਦਾ ਜਿਹੜੇ ਕਿ ਕਾਲੇ ਕਾਨੂੰਨ ਹੈਗੇ ਆ ਉਹ ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਸਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਹੋਇਆ ਤੇ ਉੱਥੇ ਵੀ ਇਹਨਾਂ ਨੌਜਵਾਨਾਂ ਖਿਲਾਫ ਜਿਹੜੇ ਉੱਥੋਂ ਦੇ ਜੇਲਰ ਹੈਗੇ, ਉੱਥੋਂ ਦੀ ਪੁਲਿਸ ਹੈਗੀ ਆ ਤੇ ਜਾਂ ਫਿਰ ਕੇਂਦਰੀ ਜਾਂਚ ਏਜੰਸੀਆਂ ਹੈਗੀਆਂ ਉਹ ਸਾਜ਼ਿਸ਼ ਕਰ ਰਹੇ ਨੇ। ਇਸ ਕਰਕੇ ਜਿਹੜੇ ਪੰਜਾਬ ਵਾਸੀਆਂ ਦੀ ਜਿਹੜੀ ਡਿਮਾਂਡ ਹੈਗੀ ਆ ਤੇ ਉਹਨਾਂ ਨੌਜਵਾਨਾਂ ਦੇ ਪੇਰੈਂਟਸ ਦੀ ਜਿਹੜੀ ਡਿਮਾਂਡ ਹੈਗੀ ਉਹ ਜਾਇਜ਼ ਹੈ ਕਿ ਉਹਨਾਂ ਨੌਜਵਾਨਾਂ ਨੂੰ ਵਾਪਸ ਪੰਜਾਬ 'ਚ ਸ਼ਿਫਟ ਕੀਤਾ ਜਾਵੇ ਤਾਂ ਕਿ ਉਹਨਾਂ ਨਾਲ ਬਿਹਤਰ ਟ੍ਰੀਟਮੈਂਟ ਹੋ ਸਕੇ। ਉਹ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹਨ, ਉਹ ਪੋਲੀਟੀਕਲ ਪ੍ਰਿਜ਼ਨਰਸ ਹੈਗੇ ਆ। ਉਹ ਇੱਕ ਪੋਲੀਟੀਕਲ ਸਵਾਲ ਨੂੰ ਅੱਗੇ ਲੈ ਕੇ ਜਾ ਰਹੇ ਸੀਗੇ ਤੇ ਉਹਨਾਂ ਨਾਲ ਜਿਹੜਾ ਪੋਲੀਟੀਕਲ ਪ੍ਰਿਜ਼ਨਰਸ ਨਾਲ ਜਿਹੜਾ ਬਿਹੇਵ ਉਹ ਚੰਗਾ ਹੋਣਾ ਚਾਹੀਦਾ ਤੇ ਉਹਨਾਂ ਨਾਲ ਕ੍ਰਿਮੀਨਲਸ ਵਰਗਾ ਜਿਹੜਾ ਬਿਹੇਵ ਹੈ ਉਹ ਨਹੀਂ ਕੀਤਾ ਜਾਣਾ ਚਾਹੀਦਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਵਾਪਸ ਪੰਜਾਬ ਦੀ ਜੇਲ੍ਹਾਂ 'ਚ ਸ਼ਿਫਟ ਕੀਤਾ ਜਾਣਾ ਚਾਹੀਦਾ। ਤੇ ਜਿਹੜੇ ਬਹੁਤ ਸਾਰੇ ਸਿਵਲ ਸੁਸਾਇਟੀ ਦੇ ਆਰਗੇਨਾਈਜੇਸ਼ਨਸ ਹੈਗੇ ਆ, ਬਹੁਤ ਸਾਰੇ ਸੰਗਠਨ ਹੈਗੇ ਆ, ਸਿੱਖ ਸੰਗਠਨ ਵੀ ਹੈਗੇ ਆ, ਪੰਥਕ ਸੰਗਠਨ ਹੈਗੇ ਆ, ਉਹਨਾਂ ਨੇ ਵੀ ਇਸ ਚੀਜ਼ ਦਾ ਇਸ ਮਾਮਲੇ ਤੇ ਆਵਾਜ਼ ਉਠਾ ਕੇ ਕਿਹਾ ਹੈ ਕਿ ਉਹਨਾਂ ਨੌਜਵਾਨਾਂ ਤੇ NSA ਵੀ ਨਹੀਂ ਲਾਈ ਜਾਣੀ ਚਾਹੀਦੀ ਤੇ ਵਾਪਸ ਉਹਨਾਂ ਦਾ ਜਿਹੜਾ ਜਿੰਨਾ ਵੀ ਟਰਾਇਲ ਹੈਗਾ, ਜਿਹੜਾ ਜੁਡੀਸ਼ੀਅਲ ਟਰਾਇਲ ਹੋਣਾ ਉਹ ਪੰਜਾਬ ਦੀ ਜੇਲ੍ਹਾਂ ਤੋਂ ਚੱਲੇ, ਉਹਨਾਂ ਨੂੰ ਪੰਜਾਬ ਦੀ ਜੇਲ੍ਹਾਂ 'ਚ ਵਾਪਸ ਸ਼ਿਫਟ ਕੀਤਾ ਜਾਵੇ। ਉਸ ਤੋਂ ਜਿਹੜੀ ਅਗਲੀ ਖਬਰ ਹੈਗੀ ਆ ਉਹ ਕਿਸਾਨਾਂ ਬਾਰੇ ਹੈਗੀ ਆ। ਹਨੂੰਮਾਨਗੜ੍ਹ ਜ਼ਿਲ੍ਹੇ 'ਚ ਰਾਜਸਥਾਨ ਦਾ ਹਨੂੰਮਾਨਗੜ੍ਹ ਜ਼ਿਲ੍ਹਾ ਹੈ, ਉਹ ਪੰਜਾਬੀ ਬੋਲਦਾ ਜ਼ਿਲ੍ਹਾ ਹੈਗਾ ਤੇ ਪੰਜਾਬੀਆਂ ਦਾ ਜ਼ਿਲ੍ਹਾ ਹੈਗਾ ਤੇ ਉੱਥੇ ਜਿਹੜੇ ਬੀਜੇਪੀ ਦੇ ਰਾਸ਼ਟਰੀ ਅਧਿਅਕਸ਼ ਹੈਗੇ ਆ, ਜਿਹੜੇ ਕਿ ਰਾਸ਼ਟਰੀ ਪ੍ਰਧਾਨ ਹੈਗੇ, ਨੈਸ਼ਨਲ ਪ੍ਰੈਜ਼ੀਡੈਂਟ ਹੈਗੇ ਆ JP ਨੱਡਾ, ਉਹ ਰੈਲੀ ਕਰਨ ਵਾਸਤੇ ਗਏ ਸੀ ਤੇ ਉੱਥੇ ਕਿਸਾਨ ਨੇ ਉਹਨਾਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਸੀਗਾ। ਜਦੋਂ ਕਿਸਾਨ ਉਹਨਾਂ ਦਾ ਵਿਰੋਧ ਕਰਨ ਵਾਸਤੇ ਜਾਣ ਲੱਗੇ ਤੇ ਉਹਨਾਂ ਨੂੰ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ। ਹਜੇ ਤੱਕ ਉਹਨਾਂ ਕਿਸਾਨਾਂ ਨੂੰ ਛੱਡਿਆ ਨਹੀਂ ਗਿਆ ਹੈ ਤੇ ਦੇਖਣਾ ਹੋਊਗਾ ਕਿ ਉਹਨਾਂ 'ਤੇ ਕੋਈ ਧਾਰਾਵਾਂ ਲਾ ਕੇ ਉਹਨਾਂ ਨੂੰ ਅੰਦਰ ਡੱਕਿਆ ਜਾਊਗਾ ਜੇਲ੍ਹਾਂ 'ਚ ਜਾਂ ਫਿਰ ਇਹ ਪ੍ਰੀਵੈਂਟਿਵ ਡਿਟੈਂਸ਼ਨ ਸੀਗੀ। ਇਸੇ ਕਿਸਮ ਦੀ ਖਬਰ ਆਪਾਂ ਨੂੰ ਪਤਾ ਤਮਿਲਨਾਡੂ ਤੋਂ ਵੀ ਆਈ ਸੀ। ਉੱਥੇ ਜਿਹੜੇ ਉੱਥੋਂ ਦੇ ਜਿਹੜੇ ਚੀਫ ਮਿਨਿਸਟਰ ਹੈਗੇ ਆ, ਉੱਥੋਂ ਦੀ ਜਿਹੜੀ ਮੌਕੇ ਦੀ ਸੱਤਾ ਹੈਗੀ ਆ ਤੇ ਸਟਾਲਿਨ ਹੋਰੀ, ਉਹਨਾਂ ਨੇ ਜਿਹੜੇ ਸਰਵਣ ਪੰਧੇਰ ਸੀਗੇ ਪੰਜਾਬ ਦੇ ਜਿਹੜੇ ਕਿਸਾਨ ਆਗੂ ਉੱਥੇ ਗਏ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਡਿਟੇਨ ਕੀਤਾ ਸੀਗਾ। 4 ਘੰਟੇ ਡਿਟੇਨ ਕਰਨ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ। ਕਿਸਾਨ ਅੰਦੋਲਨ ਹੁਣ ਆਪਣੇ ਇੱਕ ਨਵੇਂ ਰੂਪ 'ਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ ਰਾਜਸਥਾਨ 'ਚ ਕਿਸਾਨ BJP ਦੇ ਆਗੂਆਂ ਦਾ ਵਿਰੋਧ ਕਰ ਰਹੇ ਸੀ, ਹਰਿਆਣੇ 'ਚ ਵੀ ਲਗਾਤਾਰ ਕਿਸਾਨ BJP ਦੇ ਆਗੂਆਂ ਦਾ ਪਿੰਡਾਂ 'ਚ ਵਿਰੋਧ ਕਰ ਰਹੇ ਨੇ। ਜਦੋਂ ਪੰਜਾਬ ਦੇ ਚੋਣ ਸ਼ੁਰੂ ਹੋਣਗੇ, ਉੱਥੇ ਜਦੋਂ ਸਰਗਰਮੀ ਵਧੇਗੀ, ਉੱਥੇ ਵੀ ਕਿਤੇ ਨਾ ਕਿਤੇ ਕਿਸਾਨ ਵਿਰੋਧ ਕਰਨਗੇ। ਆਪਾਂ ਨੂੰ ਉਹ ਜਿਹੜਾ ਫਰੀਦਕੋਟ ਦੇ ਵਿਜ਼ੂਅਲਸ ਦੇਖਣ ਨੂੰ ਮਿਲੇ ਸੀ ਜਿਹਦੇ 'ਚ ਜਿਹੜੇ ਉੱਥੋਂ ਦੇ BJP ਦੇ ਕੈਂਡੀਡੇਟ ਸੀਗੇ ਹੰਸਰਾਜ ਹੰਸ, ਉਹ ਜਦੋਂ ਜਾ ਰਹੇ ਸੀ ਤੇ ਕਿਸਾਨਾਂ ਨੇ ਉਹਨਾਂ
ਨੂੰ ਵੀ ਕਾਲੇ ਝੰਡੇ ਦਿਖਾਏ ਸੀਗੇ ਤੇ ਪੰਜਾਬ 'ਚ ਵੀ ਕਿਸਾਨ ਲਗਾਤਾਰ ਬੀਜੇਪੀ ਦੇ ਆਗੂਆਂ ਨੂੰ ਕਾਲੇ ਝੰਡੇ ਦਿਖਾਣਗੇ ਤੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਆਗੂ ਹੈਗੇ ਉਹਨਾਂ ਨੂੰ ਮੁਸ਼ਕਲ ਹੋਊਗੀ ਪਿੰਡਾਂ 'ਚ ਵਿਚਰਨ 'ਚ। ਇੱਦਾਂ ਹੀ ਹਰਿਆਣੇ 'ਚ ਵੀ ਇਹੀ ਹੋਣਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਫਾਰਮਰ ਪ੍ਰੋਟੈਸਟ ਹੈ ਜਦੋਂ ਜਿਹੜਾ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ 'ਚ ਚੱਲ ਰਿਹਾ ਹੈ ਉਹਦਾ ਫਾਇਦਾ ਹੋਊਗਾ ਵਿਪਕਸ਼ ਨੂੰ ਤੇ ਬੀਜੇਪੀ ਨੂੰ ਖਾਸਾ ਨੁਕਸਾਨ ਹੋਣ ਵਾਲਾ ਹੈ। ਬੀਜੇਪੀ ਨੇ ਕਿਸਾਨਾਂ ਤੋਂ ਵਾਅਦਾ ਖਿਲਾਫੀ ਕੀਤੀ ਹੈ ਤੇ ਉਹਦਾ ਜਿਹੜਾ ਘਾਟਾ ਹੈਗਾ ਉਹ ਇਸ ਇਲੈਕਸ਼ਨਾਂ 'ਚ ਭੁਗਤਣਾ ਪਊਗਾ। ਬਾਕੀ ਅਸੀਂ ਲਗਾਤਾਰ ਗਰਾਊਂਡ ਤੋਂ ਕਵਰੇਜ ਕਰ ਰਹੇ ਹਾਂ। ਅਸੀਂ ਤੁਹਾਨੂੰ ਰਾਜਸਥਾਨ ਦੇ ਸੀਕਰ ਤੋਂ ਵੀ ਜਿਹੜੇ ਸਿਖਾਵਟੀ ਰੀਜਨ ਹੈਗਾ ਜੱਟਾਂ ਵਾਲੀ ਜਿਹੜੀ ਬੈਲਟ ਹੈਗੀ ਆ ਉੱਥੋਂ ਵੀ ਆਪ ਜੀ ਨੂੰ ਇੱਕ ਗਰਾਊਂਡ ਰਿਪੋਰਟ ਦਿਖਾਈ ਸੀਗੀ। ਇੱਦਾਂ ਹੀ ਅਸੀਂ ਕੱਲ੍ਹ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਿਹੜਾ ਬਾਕੀ ਜਿਹੜੀ ਸੀਟਾਂ ਹੈਗੀਆਂ ਰਾਜਸਥਾਨ ਦੀ ਜੈਪੁਰ ਸ਼ਹਿਰ, ਜੈਪੁਰ ਗ੍ਰਾਮੀਣ ਤੇ ਅਲਵਰ ਉੱਥੋਂ ਵੀ ਇੱਕ ਰਿਪੋਰਟ ਤੁਹਾਡੇ ਤੱਕ ਪਹੁੰਚਾ ਸਕੀਏ। ਤੇ ਬਾਕੀ ਸ਼ੁਕਰੀਆ। ਕੱਲ੍ਹ ਅਸੀਂ ਦੁਬਾਰੇ ਹਾਜ਼ਰ ਹੋਵਾਂਗੇ ਨਵੀਂ ਖਬਰਾਂ ਨਾਲ, ਨਵੇਂ ਵਿਸ਼ਲੇਸ਼ਣ ਨਾਲ ਤੇ ਪੰਜਾਬੀ